हेलो एंड वेलकम टू रेस अकैडमी ऑफिशियल। सत श्री अकाल साਰਿਆਂ ਨੂੰ नमस्ते दा मेरा नाम है फनकार ਤੇ रेस अकैडमी ऑफिशियल ਤੇ ਤੁਹਾਡਾ ਸਵਾਗਤ ਹੈ। सो ਟੈਲੀਗ੍ਰਾਮ ਤੇ ਹਰ ਰੋਜ਼ ਫ੍ਰੀ ਸਟੱਡੀ ਮਟੀਰੀਅਲ ਜਿਹੜਾ ਅਪਡੇਟ ਹੁੰਦਾਗਾ। ਫ੍ਰੀ ਸਟੱਡੀ ਮਟੀਰੀਅਲ ਜੇਕਰ ਤੁਸੀਂ ਹਜੇ ਤੱਕ ਉਹਦਾ ਫਾਇਦਾ ਨਹੀਂ ਲੈ ਰਹੇ ਤਾਂ ਟੈਲੀਗ੍ਰਾਮ ਗਰੁੱਪ ਜਰੂਰ ਜੁਆਇਨ ਕਰ ਲਓ, ਕਿਉਂਕਿ ਡੇਲੀ ਉੱਥੇ ਕਰੰਟ ਅਫੇਅਰ ਹੋ ਗਿਆ, ਜੀਐਸ ਦੇ ਕੁਐਸਚਨ ਹੋ ਗਏ, ਸਟੈਟਿਕ ਜੀਕੇ ਹੋ ਗਿਆ, ਮੈਪ ਆਫ ਦਾ ਡੇ ਹੋ ਗਿਆ, ਸਿਗਨੀਫੀਕੈਂਸ ਆਫ ਦਾ ਡੇ ਹੋ ਗਿਆ, ਇੰਪੋਰਟੈਂਟ ਡੇ ਹੋ ਗਿਆ, ਤਾਂ ਸਾਰੇ ਉੱਥੇ ਬੇਸਿਕਲੀ ਪਰਸਨ ਆਫ ਦਾ ਡੇ ਹੋ ਗਿਆ। ਬਹੁਤ ਸਾਰਾ ਕੁਝ ਹੈ ਜਿਹੜਾ ਕਿ ਉੱਥੇ ਅਪਡੇਟ ਹੁੰਦਾਗਾ। ਐਂਡ ਤੁਹਾਡੇ ਰੈਗੂਲਰ ਜੋ ਵੀ ਪੰਜਾਬ ਦੇ ਐਗਜ਼ਾਮ ਹੈ ਜਾਂ ਫਿਰ ਸੈਂਟਰ ਲੈਵਲ ਤੇ ਜੋ ਵੀ ਤੁਸੀਂ ਐਗਜ਼ਾਮ ਦੇਣਾ ਚਾਹੁੰਦੇ ਹੋ ਤੁਹਾਡੇ ਵਾਸਤੇ ਉਹ ਕਾਫੀ ਜ਼ਿਆਦਾ ਫਾਇਦਾ ਦਊਗਾ। ਹੁਣ ਜਿੱਦਣ ਦਾ ਟੈਲੀਗ੍ਰਾਮ ਤੇ ਫ੍ਰੀ ਸਟੱਡੀ ਮਟੀਰੀਅਲ ਅਪਡੇਟ ਹੋਣ ਲੱਗਿਆ ਤਾਂ ਕਾਫੀ ਮੈਨੂੰ ਮੈਸੇਜ ਆਉਂਦੇ ਰਹਿੰਦੇ ਆ ਕਿ ਸਰ ਸਾਨੂੰ ਫ੍ਰੀ ਸਟੱਡੀ ਮਟੀਰੀਅਲ ਇਹ ਬਹੁਤ ਵਧੀਆ ਲੱਗਦਾ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਸ ਨੂੰ ਪੜ੍ਹੀਏ ਕਿਵੇਂ। ਸਾਡਾ ਟਾਈਮ ਬਹੁਤ ਲੱਗ ਜਾਂਦਾ, ਸਾਨੂੰ ਕੁਝ ਪਤਾ ਨਹੀਂ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਇਹਨੂੰ ਇਕੱਠਾ ਕੀਤਾ ਜਾਵੇ, ਕਿਸ ਤਰੀਕੇ ਦੇ ਨਾਲ ਇਹਨੂੰ ਸਹੀ ਤਰੀਕੇ ਦੇ ਨਾਲ ਯਾਨੀ ਇਹਦਾ ਯੂਟੀਲਾਈਜ਼ ਕਰ ਸਕੀਏ। ਸੋ ਬਹੁਤ ਸਾਰੇ ਮੈਸੇਜ ਆਉਂਦੇ, ਇਸ ਕਰਕੇ ਵੀਡੀਓ ਬਣਾਉਣੀ ਬਣਦੀ ਸੀ। ਬਾਕੀ ਬਹੁਤ ਸਾਰਿਆਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਫ੍ਰੀ ਸਟੱਡੀ ਮਟੀਰੀਅਲ ਕਿੱਥੇ ਮਿਲਦਾ, ਕਿਵੇਂ ਮਿਲਦਾ, ਉਹ ਮੈਂ ਸਾਰਾ ਇੱਥੇ ਹੁਣ ਦੱਸਣ ਜਾ ਰਿਹਾ ਹਾਂ। ਰਾਈਟ, ਪਹਿਲੀ ਗੱਲ ਤਾਂ ਟੈਲੀਗ੍ਰਾਮ ਤੁਸੀਂ ਗਰੁੱਪ ਜੁਆਇਨ ਕਰਨਾਗਾ, ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਹੋਊਗਾ, ਤੁਸੀਂ ਉੱਥੋਂ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ। ਹੁਣ ਮਿਲਦਾ ਕੀ ਹੈ ਤੇ ਉਹਨੂੰ ਕਿਵੇਂ ਕਰਨਾਗਾ। ਸਭ ਤੋਂ ਪਹਿਲਾ ਜਿਹੜਾ ਹੈਗਾ ਪੁਆਇੰਟ ਇਹ ਹੈ ਕਿ ਜਿੰਨਾ ਟਾਈਮ ਤੁਸੀਂ ਆਪਣੇ ਆਪ ਨਾਲ ਬਿਤਾਓਗੇ ਸਭ ਤੋਂ ਜ਼ਿਆਦਾ ਵਧੀਆ ਉਹ ਆ। YouTube ਤੇ ਘੱਟ ਤੋਂ ਘੱਟ ਟਾਈਮ ਤੁਹਾਡਾ ਲੱਗਣਾ ਚਾਹੀਦਾ, ਵੱਧ ਤੋਂ ਵੱਧ ਘੰਟਾ, ਡੇਢ ਘੰਟਾ, ਵੱਧ ਤੋਂ ਵੱਧ 2 ਘੰਟੇ ਜੇਕਰ ਤੁਸੀਂ ਕਿਸੇ ਟੀਚਰ ਨੂੰ ਫੋਲੋ ਕਰਦੇ ਹੋ। ਰਾਈਟ, ਜੇਕਰ ਤੁਸੀਂ ਮੰਨ ਲਓ ਮੈਨੂੰ ਫੋਲੋ ਕਰਦੇ ਹੋ ਜਾਂ ਤੁਸੀਂ ਕਿਸੇ ਹੋਰ ਟੀਚਰ ਨੂੰ ਫੋਲੋ ਕਰਦੇ ਹੋ, ਉਹਨਾਂ ਦੀ ਲਾਈਵ ਕਲਾਸ ਨੂੰ ਛੱਡ ਕੇ ਤੁਸੀਂ ਰਿਕਾਰਡਡ ਦੇਖੋ। ਪਹਿਲੀ ਗੱਲ, ਚਾਹੇ ਮੈਂ ਲਾਈਵ ਪਾਉਣਾ ਚਾਹੇ ਕੋਈ ਵੀ, ਦੇਖੋ ਇੱਕ YouTube ਚੈਨਲ ਨੂੰ ਚਲਾਉਣਾ ਉਹਨਾਂ ਦਾ ਤਾਂ ਮਕਸਦ ਹੈ, ਉਹਨਾਂ ਦਾ ਤਾਂ ਇੱਕ ਤਰੀਕਾ ਐਂ ਕਹਿ ਲਓ ਵੀ ਇੱਕ ਉਹਨਾਂ ਦਾ ਤਾਂ ਇੱਕ ਤਰ੍ਹਾਂ ਦਾ ਮਜਬੂਰੀ ਹੈ ਵੀ YouTube ਨੂੰ ਚਲਾਉਣਾ ਤਾਂ ਲਾਈਵ ਲੈਕਚਰ ਪਾਉਣੇ ਪੈਂਦੇ ਆ। ਰਾਈਟ, ਪਰ ਮੈਂ ਇੱਕ ਜੇਕਰ ਸਟੂਡੈਂਟ ਦੀ ਪਰਸਪੈਕਟਿਵ ਤੇ ਬੋਲਾਂ ਤਾਂ ਸਟੂਡੈਂਟ ਨੂੰ ਮੇਰੇ ਹਿਸਾਬ ਦੇ ਨਾਲ ਰਿਕਾਰਡਡ ਬੈਚ ਜ਼ਿਆਦਾ ਜਾਂ ਰਿਕਾਰਡਡ ਕਲਾਸਿਸ ਜਿਹੜੀ ਜ਼ਿਆਦਾ ਦੇਖਣੀ ਚਾਹੀਦੀਆਂ। ਉਹਦਾ ਕਾਰਨ ਕੀ ਹੈ ਕਿ ਉਹ ਫਾਸਟ, ਇੱਕ ਤਾਂ ਸਪੀਡ ਫਾਸਟ ਕਰਕੇ ਦੇਖ ਸਕਦਾ, ਇੱਕ ਜਿਹੜੀ ਲਾਈਵ ਕਲਾਸ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਉਸ ਤੋਂ ਬਚ ਸਕਦਾ। ਹਾਂ, ਕਦੇ ਵਿਹਲੇ ਹੋ ਹਫਤੇ ਦੇ ਵਿੱਚ ਇੱਕ ਲਾਈਵ ਕਲਾਸ ਲਗਾ ਲਈ, ਉਹਦੇ ਨਾਲ ਚਲੋ ਥੋੜਾ ਬਹੁਤ ਇੰਟਰੈਕਸ਼ਨ ਟੀਚਰ ਦੇ ਨਾਲ ਵੀ ਹੋ ਜਾਂਦਾ। ਰਾਈਟ, ਉਹਨਾਂ ਮੈਂ ਕਹਿਣਾ ਹਫਤੇ ਦੇ ਵਿੱਚ ਇੱਕ ਲਾਈਵ ਕਲਾਸ ਲਓ, ਬਾਕੀ ਰਿਕਾਰਡਡ ਲਓ, ਸਭ ਤੋਂ ਜ਼ਿਆਦਾ ਵਧੀਆ। ਰਾਈਟ, ਟੀਚਰ ਦਾ ਕੰਮ ਆ, ਉਹਨਾਂ ਨੇ ਤਾਂ ਆਪਣਾ YouTube ਚੈਨਲ ਚਲਾਉਣਾ, ਚਾਹੇ ਮੈਂ ਆ ਚਾਹੇ ਕੋਈ ਵੀ ਹੈ, ਉਹਨਾਂ ਦਾ ਕੰਮ ਆ ਉਹਨਾਂ ਨੂੰ ਲਾਈਵ ਲੈਕਚਰ ਲਾਉਣ ਤਾਂ ਤੁਸੀਂ ਆਪਣੇ ਸ਼ਡਿਊਲ ਮੁਤਾਬਕ ਚੱਲੋ। ਐਂਡ ਡੇਲੀ ਤੁਹਾਨੂੰ ਘੰਟਾ, ਡੇਢ ਘੰਟਾ, 2 ਘੰਟੇ ਵੱਧ ਤੋਂ ਵੱਧ YouTube ਤੇ ਦੇਣੇ ਚਾਹੀਦੇ। ਬਾਕੀ ਸਾਰਾ ਦਿਨ ਤੁਹਾਡਾ ਨੈਟ ਬੰਦ ਹੋਣਾ ਚਾਹੀਦਾ, ਨਾ ਉਹਦੇ ਤੇ WhatsApp ਹੋਵੇ, ਨਾ ਉਹਦੇ ਤੇ Facebook ਹੋਵੇ, ਨਾ ਉਹਦੇ ਤੇ Instagram ਹੋਵੇ, ਕੋਈ ਵੀ ਯਾਨੀ ਸੋਸ਼ਲ ਮੀਡੀਆ ਤੁਸੀਂ ਨਹੀਂ ਯੂਜ਼ ਕਰਨਾ, ਚਾਹੇ ਫਿਰ ਉਹ YouTube ਹੀ ਕਿਉਂ ਨਾ ਹੋਵੇ ਜਿੱਥੇ ਤੁਸੀਂ ਲੈਕਚਰ ਦੇਖਦੇ ਹੋ। ਇਹ ਆਪਣੇ ਆਪ ਨੂੰ ਪਹਿਲਾਂ ਤਾਂ ਸਟ੍ਰਿਕਟ ਕਰ ਲਓ, ਆਪਣਾ ਰਿਸਟ੍ਰਿਕਟ ਕਰ ਲਓ, ਯਾਨੀ ਬਹੁਤ ਹੀ ਜ਼ਿਆਦਾ ਵਧੀਆ ਰਹੂਗਾ। ਦੂਸਰੀ ਗੱਲ ਇਹ ਹੈ ਕਿ ਟੈਲੀਗ੍ਰਾਮ ਨੂੰ ਜਿਹੜਾ ਤੁਹਾਨੂੰ ਫ੍ਰੀ ਸਟੱਡੀ ਮਟੀਰੀਅਲ ਮਿਲਦਾ ਉਸ ਨੂੰ ਤੁਸੀਂ ਕਿਵੇਂ ਯੂਟੀਲਾਈਜ਼ ਕਰਨਾ। ਜਦੋਂ ਤੱਕ ਤੁਹਾਡੀ ਆਪਣੀ ਰੀਡਿੰਗ ਹੈਬਿਟ ਨਹੀਂ ਬਣਦੀ, ਜਦੋਂ ਤੱਕ ਤੁਹਾਨੂੰ ਇਹ ਲੱਗਦਾ ਕਿ ਜੇਕਰ ਟੀਚਰ ਪੜ੍ਹਾ ਦੂਗਾ, ਟੀਚਰ ਬੋਲ ਦੂਗਾ, ਟੀਚਰ ਵੀਡੀਓ ਪਾ ਦੂਗਾ, ਫਿਰ ਕਿਤੇ ਜਾ ਕੇ ਮੈਨੂੰ ਸਮਝ ਲੱਗੂਗੀ, ਫਿਰ ਹੀ ਮੈਂ ਕਿਤੇ ਜਾ ਕੇ ਪੇਪਰ ਕਲੀਅਰ ਕਰੂੰਗਾ, ਤਾਂ ਇਹ ਬਹੁਤ ਹੀ ਇੱਕ ਤਰ੍ਹਾਂ ਨਾਲ ਤੁਸੀਂ ਕਹਿ ਸਕਦੇ ਹੋ ਵੀ ਛੋਟੀ ਜਿਹੀ ਗੱਲ ਹੈ। ਰਾਈਟ, ਯਾਨੀ ਕਹਿਣ ਦਾ ਮਤਲਬ ਕੀ ਹੈ ਕਿ ਜੇਕਰ ਤੁਸੀਂ ਪੇਪਰ ਕਲੀਅਰ ਕਰਨਾ ਚਾਹੁੰਦੇ ਹੋ ਵਾਕਈ ਹੀ, ਤਾਂ ਤੁਹਾਨੂੰ ਆਪਣੀ ਰੀਡਿੰਗ ਹੈਬਿਟ ਵਧਾਉਣੀ ਪੈਣੀ ਹੈ, ਆਪਣੀ ਸੈਲਫ ਸਟੱਡੀ ਵਧਾਉਣੀ ਪੈਣੀ ਆ, ਆਪਣੇ ਆਪ ਤੁਹਾਨੂੰ ਪੜ੍ਹਨਾ ਪੈਣਾ, ਆਪਣੇ ਆਪ ਦੇ ਨਾਲ ਟਾਈਮ ਜ਼ਿਆਦਾ ਤੋਂ ਜ਼ਿਆਦਾ ਬਿਤਾਉਣਾ ਪੈਣਾ, ਆਪਣੇ ਆਪ ਨੋਟਸ ਤੁਹਾਨੂੰ ਤਿਆਰ ਕਰਨੇ ਪੈਣਗੇ। ਰਾਈਟ, ਹੁਣ ਉਹਨਾਂ ਨੋਟਸਾਂ ਦੀ ਹੀ ਗੱਲ ਕਰਦਾ ਕਿ ਤੁਹਾਨੂੰ ਨੋਟਸ ਮਿਲ ਤਾਂ ਰਹੇ ਆ, ਪਰ ਕੀ ਤੁਸੀਂ ਉਵੇਂ ਨੋਟਸ ਬਣਾ ਰਹੇ ਹੋ ਜਾਂ ਨਹੀਂ। ਹੁਣ ਮੈਂ ਜੇਕਰ ਅੱਜ ਦੀ ਹੀ ਗੱਲ ਕਰਾਂ ਤਾਂ ਡੇਲੀ ਇੱਕ ਐਤਵਾਰ ਨੂੰ ਛੱਡ ਕੇ, ਐਤਵਾਰ ਛੁੱਟੀ ਹੁੰਦੀ ਆ ਜਾਂ ਕੋਈ ਨੈਸ਼ਨਲ ਹੌਲੀਡੇ ਹੋ ਗਈ ਉਦੋਂ ਛੁੱਟੀ ਹੋ ਸਕਦੀ ਹੈ, ਪਰ ਡੇਲੀ ਤੁਹਾਨੂੰ ਕਰੰਟ ਅਫੇਅਰ ਹੋ ਗਿਆ, ਡੇਲੀ ਤੁਹਾਨੂੰ ਇੰਪੋਰਟੈਂਟ ਡੇਜ਼ ਹੋ ਗਏ, ਉਹ ਤੁਹਾਨੂੰ ਮੈਂ ਸਾਰਾ ਕੁਝ ਦੱਸਣ ਜਾ ਰਿਹਾ ਕਿ ਤੁਹਾਨੂੰ ਕਿਵੇਂ ਮਿਲਦਾ। ਪਹਿਲੀ ਗੱਲ ਸਭ ਤੋਂ ਕਿ ਇਹ ਹੈ ਕਿ ਤੁਸੀਂ ਹਰ ਚੀਜ਼ ਨੂੰ ਨੋਟ ਕਰਨਾ। ਤੁਹਾਨੂੰ ਲੱਗਦਾ ਹੋ ਕਿ ਇਹਦੇ ਨਾਲ ਟਾਈਮ ਵੇਸਟ ਬਹੁਤ ਹੁੰਦਾ ਗਾ, ਟਾਈਮ ਵੇਸਟ ਨਹੀਂ ਹੁੰਦਾ। ਜਦੋਂ ਤੁਸੀਂ ਰਿਵੀਜ਼ਨ ਕਰੋਗੇ ਪੇਪਰ ਦੇ ਕੋਲੇ ਜਾ ਕੇ ਤਾਂ ਤੁਹਾਨੂੰ ਲੱਗੂਗਾ ਕਿ ਹਾਂ ਮੇਰੇ ਨੋਟਸ ਆ ਜਿਹੜੇ ਬਣਾਏ ਹੋਏ ਉਹ ਮੇਰੇ ਕੰਮ ਆਏ ਆ। ਰਾਈਟ, ਡੇਲੀ ਤੁਹਾਨੂੰ ਜਿਵੇਂ ਮੰਨ ਲਓ ਪਹਿਲੀ ਸਲਾਈਡ ਜਿਹੜੀ ਮਿਲਦੀ ਆ ਉਹ ਇੰਪੋਰਟੈਂਟ ਡੇ ਦੀ ਮਿਲਦੀ ਆ। ਇੰਪੋਰਟੈਂਟ ਡੇ ਦਾ ਮਤਲਬ ਕਿ ਜਿਵੇਂ ਅੱਜ ਤੁਹਾਨੂੰ ਪਤਾ ਕਿ ਨੈਸ਼ਨਲ ਵੂਮੈਨਸ ਡੇ ਆ, ਇਹ ਕਿਉਂ ਆ ਇਹਦੀ ਪੂਰੀ ਡਿਟੇਲ ਵੀ ਮੈਂ ਲਿਖ ਦਿੰਦਾ ਹੁੰਦਾ ਨਾਲ, ਉਹਨੂੰ ਪੜ੍ਹਿਆ ਕਰੋ ਚੰਗੀ ਤਰ੍ਹਾਂ। ਜਿਵੇਂ ਨੈਸ਼ਨਲ ਵੂਮੈਨ ਡੇ ਆ, ਇਹ ਮੈਂ ਚੰਗੀ ਤਰ੍ਹਾਂ ਇੱਥੇ ਲਿਖਿਆ ਹੋਇਆ, ਪਹਿਲਾਂ ਇੰਗਲਿਸ਼ ਦੇ ਵਿੱਚ ਲਿਖਿਆ ਹੋਇਆ, ਫਿਰ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਕਿ ਭਾਰਤ ਵਿੱਚ ਜਿਹੜਾ ਰਾਸ਼ਟਰੀ ਮਹਿਲਾ ਦਿਵਸ ਆ ਉਹ 13 ਫਰਵਰੀ ਨੂੰ ਮਨਾਇਆ ਜਾਂਦਾ। ਕਿਉਂ ਮਨਾਇਆ ਜਾਂਦਾ? ਕਿਉਂਕਿ ਜਿਹੜੀ ਸਰੋਜਨੀ ਨਾਇਡੂ ਆਪਣੇ ਉਹਨਾਂ ਦਾ ਜਨਮ ਦਿਨ ਹੁੰਦਾ ਗਾ। ਐਂਡ ਭਾਰਤੀ ਜਿਹੜੀ ਸੁਤੰਤਰਤਾ ਅੰਦੋਲਨ ਹੈ ਉਹਦੇ ਵਿੱਚ ਸਭ ਤੋਂ ਵੱਧ ਯੋਗਦਾਨ ਫੀਮੇਲ ਦੇ ਵਿੱਚੋਂ ਸਰੋਜਨੀ ਨਾਇਡੂ ਦਾ, ਜਾਂ ਫਿਰ ਆਪਾਂ ਕਹਿ ਦਿੰਦੇ ਵੀ ਪਹਿਲੇ ਕਿਸੇ ਰਾਜ ਦੇ ਜਿਹੜੀ ਮਹਿਲਾ ਰਾਜਪਾਲ ਬਣੀ ਆ ਉਹ ਸਰੋਜਨੀ ਨਾਇਡੂ ਆ। ਨਾਈਟਿੰਗੇਲ ਦੇ ਤੌਰ ਤੇ ਇਹਨਾਂ ਨੂੰ ਜਾਣਿਆ ਜਾਂਦਾ ਕਿ ਨਾਈਟਿੰਗੇਲ ਆਫ ਇੰਡੀਆ। ਰਾਈਟ, 1947 ਵਿੱਚ ਸੰਯੁਕਤ ਸੂਬੇ ਜਿਹੜੇ ਦੀ ਗਵਰਨਰ ਬਣ ਗਈ ਸੀ, ਜਿਸ ਨੂੰ ਉੱਤਰ ਪ੍ਰਦੇਸ਼ ਵਜੋਂ ਜਾਣਿਆ ਜਾਂਦਾ, ਯਾਨੀ ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਜਿਹੜੀ ਗਵਰਨਰ ਸੀ ਉਹ ਸਰੋਜਨੀ ਨਾਇਡੂ ਸੀ। ਜਾਂ ਫਿਰ ਆਪਾਂ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨਗੀ ਕੀਤੀ ਹੈ 1925 ਦੇ ਵਿੱਚ, ਉਹਦੀ ਵੀ ਆਪਾਂ ਗੱਲਬਾਤ ਕਰਦੇ ਹਾਂ। ਰਾਈਟ, ਯਾਨੀ ਇਹ ਬਹੁਤ ਹੀ ਤਕੜਾ ਤਰੀਕਾ ਗਾ ਪੜ੍ਹਨ ਦਾ ਕਿ ਜਿਹੜੀ ਨਾਲ ਡਿਟੇਲ ਆ ਤੁਸੀਂ ਨਾਲ ਦੀ ਨਾਲ ਨੋਟ ਕਰ ਲਈ।
ਪੰਜਾਬੀ ਮੀਡੀਅਮ ਦੇ ਵਿੱਚੋਂ ਤਾਂ ਪੰਜਾਬੀ 'ਚ ਨੋਟ ਕਰੋ, ਇੰਗਲਿਸ਼ ਦੇ ਵਿੱਚੋਂ ਤਾਂ ਇੰਗਲਿਸ਼ ਨੋਟ ਕਰੋ। ਇਹ ਸਾਰਾ ਕੁਝ ਤੁਸੀਂ ਨੋਟ ਜਦੋਂ ਕਰ ਲਓਗੇ ਤਾਂ ਤੁਹਾਡੇ ਵਾਸਤੇ ਇੱਕ ਇਹ ਇੰਪੋਰਟੈਂਟ ਡੇ ਬਣ ਗਿਆ। ਯਾਨੀ ਤੁਸੀਂ ਇੱਕ ਜਿਹੜਾ ਕਾਪੀ ਲਾਉਣੀ ਹੈ ਉਹ ਸਿਰਫ ਇੰਪੋਰਟੈਂਟ ਡੇ ਤੇ ਲਾਉਣੀ ਹੈ। ਜਿਵੇਂ ਤੁਸੀਂ ਮੰਨ ਲਓ ਅੱਜ ਤੋਂ ਵੀ ਸਟਾਰਟ ਕੀਤਾ, ਕੋਈ ਚੱਕਰ ਵਾਲੀ ਗੱਲ ਨਹੀਂ, ਪਹਿਲਾਂ ਵਾਲਾ ਛੱਡ ਦਿਓ। ਅੱਜ 13 ਫਰਵਰੀ ਤੋਂ ਸਟਾਰਟ ਕਰੋ, ਫਿਰ 14 ਫਰਵਰੀ ਆਊ, ਫਿਰ 15 ਆਊਗੀ। ਕਿਸੇ ਕਿਸੇ ਦਿਨ ਦੋ ਚੀਜ਼ਾਂ ਵੀ ਹੋ ਸਕਦੀਆਂ, ਤਿੰਨ ਚੀਜ਼ਾਂ ਵੀ ਹੋ ਸਕਦੀਆਂ, ਕਿਸੇ ਦਿਨ ਕੋਈ ਇੱਕ ਹੀ ਚੀਜ਼ ਇੰਪੋਰਟੈਂਟ ਹੋ ਸਕਦੀ ਹੈ, ਰਾਈਟ। ਤਾਂ ਨੈਸ਼ਨਲ ਵੂਮਨ ਡੇ ਤੁਸੀਂ ਇਹ ਕਾਪੀ ਤੇ ਨੋਟ ਕਰ ਲਿਆ, ਐਂਡ ਇਹਦੀ ਇੱਕ ਪਤਲੀ ਜੀ ਕਾਪੀ ਅਲੱਗ ਤੋਂ ਲਗਾਓ ਕਿ ਇਹ ਮੇਰੀ ਕਾਪੀ ਸਿਰਫ ਇੰਪੋਰਟੈਂਟ ਡੇਜ਼ ਆ। ਕੋਈ ਤੁਹਾਨੂੰ ਬੁੱਕ ਚੱਕਣ ਦੀ ਲੋੜ ਨਹੀਂ ਪੈਣੀ ਅਲੱਗ ਤੋਂ, ਕੋਈ ਤੁਹਾਨੂੰ ਅਲੱਗ ਤੋਂ ਕੋਈ ਵੀ ਸਟੈਟਿਕ ਜੀਕੇ ਦੀ ਬੁੱਕ ਨਹੀਂ ਲੈਣੀ ਪੈਣੀ। ਸਿਰਫ ਇਹ ਇੰਪੋਰਟੈਂਟ ਡੇਜ਼ ਤੁਸੀਂ ਹਰ ਰੋਜ਼ ਨੋਟ ਕਰਦੇ ਜਾਓ। 6 ਮਹੀਨੇ 7 ਮਹੀਨੇ ਤੁਸੀਂ ਆਰਾਮ ਨਾਲ ਲਾਓਗੇ ਤਾਂ ਤੁਹਾਡੇ ਇੰਪੋਰਟੈਂਟ ਡੇਜ਼ ਸਾਰੇ ਕਵਰ ਹੋ ਜਾਣਗੇ। ਇਹ ਮੇਰੀ ਗਰੰਟੀ ਹੈ। ਹਰ ਰੋਜ਼ ਤੁਹਾਨੂੰ ਅਪਡੇਟ ਮਿਲੂਗੀ ਨਾ, ਕਿੰਨਾ ਜ਼ਿਆਦਾ ਵਧੀਆ ਹੈਗਾ। ਬਾਕੀ ਫਿਰ ਜਿਹੜਾ ਪੋਰਸ਼ਨ ਰਹਿ ਗਿਆ ਉਹ ਤੁਸੀਂ ਆਮ ਤੌਰ ਤੇ ਜਿਹੜੀਆਂ ਤੁਹਾਡੇ ਕੋਲੇ ਕਿਤਾਬਾਂ, ਜਿਹੜੇ ਤੁਸੀਂ ਕਲਾਸ ਨੋਟਸ ਜੋ ਵੀ ਜਿੱਥੋਂ ਪੜ੍ਹਦੇ ਹੋ ਉੱਥੋਂ ਤੁਸੀਂ ਓਬਵੀਅਸਲੀ ਕਰ ਹੀ ਲਓਗੇ, ਰਾਈਟ। ਤਾਂ ਇੰਪੋਰਟੈਂਟ ਡੇਜ਼ ਤਾਂ ਤੁਹਾਡੇ ਐਵੇਂ ਕਵਰ ਹੁੰਦੇ ਜਾਣਗੇ। ਇਹ ਕਰਨੇ ਹੀ ਕਰਨੇ ਆ, ਸ਼ੁਰੂਆਤ ਦਿਨ ਦੀ ਇੱਥੋਂ ਹੀ ਕਰਨੀ ਹੈ। ਨਾਲ ਦੀ ਨਾਲ ਜਿਹੜੀ ਦਿਨ ਦੀ ਸ਼ੁਰੂਆਤ ਦੇ ਨਾਲ ਜਦੋਂ ਇੰਪੋਰਟੈਂਟ ਡੇਜ਼ ਹੁੰਦਾ ਤਾਂ ਡੇਲੀ ਤੁਹਾਨੂੰ ਕਰੰਟ ਅਫੇਅਰ ਦਾ ਕੁਇਜ਼ ਮਿਲਦਾ। ਇਹਦੇ ਵਿੱਚ 10 ਕੁਐਸਚਨ ਹੁੰਦੇ ਆ, ਜਿਵੇਂ ਕਿ ਮੈਂ ਇਹ ਤਾਂ ਕ੍ਰੌਪ ਕੀਤੀ ਹੋਈ ਹੈ। ਤਾਂ ਇਹਦੇ 13 ਫਰਵਰੀ ਦੇਖੋ, 13 ਫਰਵਰੀ ਤਾਂ ਇਹਨਾਂ ਨੂੰ ਵੀ ਨੋਟ ਹੀ ਕਰਨਾ ਹੈ। ਜਿੰਨਾ ਟਾਈਮ ਤੁਸੀਂ ਨੋਟ ਨਹੀਂ ਕਰਨ ਲੱਗੋਗੇ, ਨੋਟ ਕਰਨਾ ਆਪਣੀ ਕਾਪੀ ਦੇ ਵਿੱਚ, ਰਾਈਟ। ਇੱਕ ਕਰੰਟ ਅਫੇਅਰ ਦੀ ਕਾਪੀ ਅੱਡ ਤੋਂ ਬਣਾਓ ਕਿ ਮੈਂ ਡੇਲੀ ਕਰੰਟ ਅਫੇਅਰ ਨੋਟ ਕਰਨੇ ਆ। ਜਦੋਂ ਤੁਸੀਂ ਲਿਖੋਗੇ ਪ੍ਰੋਪਰ ਤਰੀਕੇ ਦੇ ਨਾਲ, ਵਨ ਲਾਈਨਰ ਤੌਰ ਤੇ ਲਿਖ ਲਓ, ਕੱਲਾ ਆਨਸਰ ਲਿਖ ਲਓ, ਕੋਈ ਆਪਸ਼ਨ ਐਵੇਂ ਲਿਖਣ ਦੀ ਨਹੀਂ ਲੋੜ ਹੈਗੀ, ਕੋਈ ਚੱਕਰ ਵਾਲੀ ਗੱਲ ਨਹੀਂ। ਤੁਸੀਂ ਕੁਐਸਚਨ ਲਿਖੋ, ਨਾਲ ਉਹਦਾ ਆਨਸਰ ਲਿਖੋ। ਥੋੜੀ ਬਹੁਤ ਜੇਕਰ ਤੁਹਾਨੂੰ ਆਸੇ-ਪਾਸੇ ਨੈਟ ਤੋਂ ਡਿਟੇਲ ਮਿਲਦੀ ਆ ਜਾਂ ਤੁਸੀਂ ਕਲਾਸ ਦੇ ਵਿੱਚ ਕਿਤੋਂ ਪੜ੍ਹਦੇ ਹੋ, ਥੋੜੀ ਬਹੁਤ ਡਿਟੇਲ ਜਿਹੜੀ ਹੈਗੀ ਉਹ ਤੁਸੀਂ ਆਪ ਥੋੜਾ ਜਿਹਾ ਮੱਥਾ ਮਾਰ ਸਕਦੇ ਹੋ, ਰਾਈਟ। ਕਹਿਣ ਦਾ ਮਤਲਬ ਕੀ ਆ ਕਿ ਡੇਲੀ ਕਰੰਟ ਅਫੇਅਰ ਨੂੰ ਨੋਟ ਕਰ ਰਿਹਾ। ਇਹ 10 ਕੁਐਸਚਨ ਤੁਹਾਨੂੰ ਡੇਲੀ ਤਾਂ ਥੋੜੇ ਲੱਗਣਗੇ ਵੀ ਚਲੋ ਅੱਜ ਤਾਂ 10 ਹੀ ਕੁਐਸਚਨ ਹੈ, ਕੋਈ ਨਾ ਮੈਂ ਕੱਲ ਨੂੰ ਕਰ ਲੂੰਗਾ, ਪਰ ਕੱਲ ਨੂੰ 20 ਹੋ ਜਾਣਗੇ। ਫਿਰ ਤੁਸੀਂ ਕਹੋਗੇ ਚਲੋ ਮੈਂ ਕੋਈ ਨਾ 3 ਦਿਨਾਂ ਦੇ ਇਕੱਠੇ ਕਰ ਲੂੰਗਾ, ਫਿਰ 30 ਕੁਐਸਚਨ ਹੋ ਜਾਣਗੇ। ਪਰ ਐਵੇਂ ਕਰਦੇ ਕਰਾਉਂਦੇ ਇੰਨੇ ਕੁਐਸਚਨ ਹੋ ਜਾਂਦੇ, ਫਿਰ ਆਪਾਂ ਪਜ਼ਲ ਹੁੰਦੇ ਆ। ਫਿਰ ਆਪਣੇ ਕੋਲੇ 6 ਮਹੀਨਿਆਂ ਦੇ ਇਕੱਠੇ ਹੋ ਜਾਂਦੇ ਆ ਕਿ ਚਲੋ ਮੈਂ ਇਕੱਠੇ ਕਰੂੰਗਾ। ਤਾਂ ਕਰੰਟ ਅਫੇਅਰ ਦੀ ਇੱਕ ਅੱਡ ਤੋਂ ਕਾਪੀ ਹੋਣੀ ਚਾਹੀਦੀ ਹੈ, ਐਂਡ ਸੋਰਸ ਬਹੁਤ ਲਿਮਟਿਡ ਹੋਣੇ ਚਾਹੀਦੇ ਆ। ਇੱਕ YouTube ਚੈਨਲ ਕਰੰਟ ਅਫੇਅਰ ਵਾਸਤੇ ਕੋਈ ਵੀ ਫੋਲੋ ਕਰੋ, ਜਿਹੜਾ ਤੁਹਾਨੂੰ ਵਧੀਆ ਲੱਗਦਾ, ਕੋਈ ਵੀ ਟੀਚਰ ਵਧੀਆ ਲੱਗਦਾ, ਸਿਰਫ ਇੱਕ ਫੋਲੋ ਕਰੋ, ਇੱਕ ਆਹ ਚੀਜ਼ ਫੋਲੋ ਕਰੋ। ਡੇਲੀ 10 ਕੁਐਸਚਨ ਹੋਣਗੇ ਡੇਲੀ, ਐਂਡ ਜਿਹੜੇ ਤੁਹਾਡੇ ਟੀਚਰ ਆ ਉਹ ਕਰਵਾ ਰਹੇ ਆ, ਬਸ ਇਨਫ ਹੈ। ਇਸ ਤੋਂ ਇਲਾਵਾ ਤੁਹਾਨੂੰ ਕਰੰਟ ਅਫੇਅਰ ਹੋਰ ਕਿਤੋਂ ਨਹੀਂ ਕਰਨਾ ਚਾਹੀਦਾ। ਮੇਰੇ ਅਕੋਰਡਿੰਗ ਸਿਰਫ ਇਹੀ ਇਨਫ ਹੈ ਨਾ। ਜਾਂ ਤੁਸੀਂ ਕੀ ਕਰ ਸਕਦੇ ਹੋ ਕਿ ਆਹ ਜਿਵੇਂ ਡੇਲੀ ਤੁਹਾਨੂੰ ਕਰੰਟ ਅਫੇਅਰ ਦੇ ਕੁਐਸਚਨ ਮਿਲਦੇ ਆ, ਆਪਣਾ ਮੈਗਜ਼ੀਨ ਵੀ ਆਉਂਦਾ ਗਾ ਡੇਲੀ, ਜਿਹੜਾ ਤੁਸੀਂ ਕਹਿ ਦੋ ਵੀ ਜਿਹੜਾ ਮੰਥਲੀ ਬੂਸਟਰ ਹੁੰਦਾ ਜਿਹਦੇ ਵਿੱਚ ਵਨ ਲਾਈਨਰ ਕੁਐਸਚਨ ਹੁੰਦੇ ਆ, ਮੰਥਲੀ ਮੈਗਜ਼ੀਨ ਹੈ, ਯਾਨੀ ਕਿ ਉਹ ਮੈਗਜ਼ੀਨ ਤੁਸੀਂ ਮੰਗਾ ਸਕਦੇ ਹੋ, ਮੈਗਜ਼ੀਨ ਤੋਂ ਤੁਸੀਂ ਕਰ ਸਕਦੇ ਹੋ। ਜਾਂ ਤੁਹਾਨੂੰ ਆਸੇ-ਪਾਸੇ ਕਿਸੇ ਵੀ ਅਕੈਡਮੀ ਦਾ ਮੈਗਜ਼ੀਨ ਵਧੀਆ ਲੱਗਦਾ, ਤੁਸੀਂ ਉਹ ਕਰ ਸਕਦੇ ਹੋ। ਮੇਰੇ ਅਕੋਰਡਿੰਗ ਇਹ ਆ ਕਿ ਤੁਸੀਂ ਕਿਸੇ ਵੀ ਇੱਕ ਅਕੈਡਮੀ ਦਾ ਮੈਗਜ਼ੀਨ ਫੋਲੋ ਕਰੋ, ਮੋਰ ਦੈਨ ਇਨਫ ਹੈ। ਕਰੰਟ ਅਫੇਅਰ ਉਹੀ ਹੁੰਦੇ, ਵਾਰ-ਵਾਰ ਰਿਪੀਟ ਹੁੰਦੇ ਰਹਿੰਦੇ ਆ। ਪਰ ਆਹ ਜਿਹੜਾ ਡੇਲੀ ਕਰੰਟ ਅਫੇਅਰ ਦੇ ਕੁਇਜ਼ ਯਾਨੀ ਕੁਐਸਚਨ ਆ ਜਿਹੜੇ ਐਡ ਹੁੰਦੇ, ਇਹ ਸਭ ਤੋਂ ਜ਼ਿਆਦਾ ਵਧੀਆ। ਐਂਡ ਡੇਲੀ ਇਹਨੂੰ ਨੋਟ ਕਰਨਾ ਹੀ ਕਰਨਾ, ਚਾਹੇ ਕੁਛ ਹੋ ਜੀ। ਡੇਲੀ ਨੋਟ ਕਰਨਾ, ਆਪਣੇ ਆਪ ਨਾਲ ਟਾਈਮ ਬਿਤਾਓ। ਤੁਸੀਂ ਕਹਿੰਦੇ ਹੋ ਕਿ ਸਾਨੂੰ 8 ਘੰਟੇ ਸਟੱਡੀ ਕਰਦੇ ਆ, 8 ਘੰਟੇ ਤੁਹਾਡੇ ਬਹੁਤ ਤਰੀਕੇ ਦੇ ਨਾਲ ਜੇਕਰ ਸੈੱਟ ਹੋ ਕੇ ਲੱਗਣ ਤਾਂ ਐਵੇਂ ਲੱਗਣਗੇ, ਨਹੀਂ ਤਾਂ ਫਿਰ ਉਹੀ ਗੱਲ ਆ ਵੀ ਪੜ੍ਹਾਈ ਨੂੰ ਤੁਸੀਂ ਛੱਡ ਸਕਦੇ ਹੋ ਜੇ ਤੁਹਾਡੇ ਤੋਂ ਨਹੀਂ ਪੜ੍ਹਾਇਆ ਜਾਂਦਾ। ਇਹ ਸਭ ਤੋਂ ਵਧੀਆ ਅਪਰੋਚ ਹੈ, ਰਾਈਟ। ਇਸ ਤੋਂ ਬਾਅਦ ਕਰੰਟ ਅਫੇਅਰ ਤੋਂ ਬਾਅਦ ਤੁਹਾਡੇ ਕੋਲ ਇੰਗਲਿਸ਼ ਵਕੈਬ ਦੇ ਵੀ 10 ਵਰਡ ਹੀ ਆਉਂਦੇ ਹਰ ਰੋਜ਼। ਜਿਵੇਂ ਕਿ ਇਹਦੇ ਵਿੱਚ ਵਕੈਬਲਰੀ ਦੇ ਵਿੱਚ ਤੁਹਾਨੂੰ ਇੱਕ ਵਰਡ ਦਿੱਤਾ ਹੋਇਆ, ਫਿਰ ਉਹਦੇ ਸਿਨੋਨਿਮ ਦਿੱਤੇ ਹੋਏ, ਫਿਰ ਉਹਦੇ ਇੰਟੋਨਿਮ ਦਿੱਤੇ ਹੋਇਆ, ਫਿਰ ਇੱਕ ਸੈਂਟੈਂਸ ਦੇ ਵਿੱਚ ਉਹਨੂੰ ਯੂਜ਼ ਕਰਕੇ ਵੀ ਦਿਖਾਇਆ ਹੋਇਆ ਵੀ ਕਿਸ ਤਰੀਕੇ ਦੇ ਨਾਲ ਉਹ ਯੂਜ਼ ਹੁੰਦਾ। ਇਸੇ ਤਰੀਕੇ ਦੇ ਨਾਲ ਵਕੈਬਲਰੀ ਆਊਗੀ, ਫਿਰ ਵਨ ਵਰਡ ਸਬਸਟੀਟਿਊਸ਼ਨ ਆ ਗਿਆ, ਮਿਸਸਪੈਲਟ ਆ ਗਿਆ, ਯਾਨੀ ਕਿ ਜਿਹੜੇ ਮਿਸਸਪੈਲਟ ਯਾਨੀ ਰੋਂਗ ਵਰਡਸ ਆਉਂਦੇ ਆ ਉਹਨਾਂ ਦੇ ਸਪੈਲਿੰਗ ਉਸ ਤਰੀਕੇ ਦੇ ਨਾਲ ਆਨਸਰ ਦਿੱਤੇ ਹੋਏ ਆ। ਫਿਰ ਐਕਟਿਵ ਪੈਸਿਵ ਵੌਇਸ ਨਰੇਸ਼ਨ ਵਗੈਰਾ ਵੀ ਐਡ ਹੁੰਦਾ ਰਹਿੰਦਾ। ਯਾਨੀ ਇੰਗਲਿਸ਼ ਵਕੈਬ ਵੀ ਤੁਹਾਡਾ ਡੇਲੀ ਐਵੇਂ ਡੇਟ ਵਾਈਜ਼ ਦਿੱਤਾ ਹੋਇਆ 13 ਫਰਵਰੀ। ਇਹ ਵੀ ਤੁਸੀਂ ਇੰਗਲਿਸ਼ ਦੀ ਇੱਕ ਅਲੱਗ ਤੋਂ ਕਾਪੀ ਲਾਉਣੀ ਹੈ ਕਿ 13 ਫਰਵਰੀ ਹੈ, ਫਿਰ 14 ਫਰਵਰੀ ਹੈ, ਫਿਰ 15 ਫਰਵਰੀ ਹੈ, ਫਿਰ ਇਸ ਤਰੀਕੇ ਦੇ ਨਾਲ ਡੇਟ ਵਾਈਜ਼ ਕਰਨਾ ਗਾ। ਐਂਡ ਜਦੋਂ ਡੇਲੀ ਇਹ ਵਕੈਬ ਕਰੋਗੇ, ਵੀਕਲੀ ਤੁਸੀਂ ਜਦੋਂ ਸੰਡੇ ਛੁੱਟੀ ਹੁੰਦੀ ਹੈ, ਕਿਉਂਕਿ ਸੰਡੇ ਤੁਹਾਡਾ ਇਹ ਕੋਈ ਵੀ ਅਪਡੇਟ ਨਹੀਂ ਹੁੰਦਾ, ਤਾਂ ਸੰਡੇ ਤੁਸੀਂ ਇਹਨਾਂ ਨੂੰ ਰਿਵਾਈਜ਼ ਕਰ ਸਕਦੇ ਹੋ ਵੀਕਲੀ। ਜੇਕਰ ਵੀਕ ਯਾਨੀ ਐਂਡ ਦੀ ਜਿਵੇਂ ਸੰਡੇ ਨੂੰ ਤੁਸੀਂ ਜੇਕਰ ਕਰੰਟ ਅਫੇਅਰ ਜਿੰਨਾ ਵੀ ਤੁਸੀਂ ਹਫਤੇ ਦੇ ਵਿੱਚ ਨੋਟ ਕਰਦੇ ਹੋ ਸਾਰਾ ਰਿਵਾਈਜ਼ ਕਰੋਗੇ ਤਾਂ ਨਾਲ ਦੀ ਨਾਲ ਤੁਹਾਡੀ ਇਹ ਵਕੈਬ ਵੀ ਹੈ ਜਿਹੜੀ ਨਾਲ ਦੀ ਨਾਲ ਯਾਦ ਹੁੰਦੀ ਜਾਊਗੀ। ਵਾਰ-ਵਾਰ ਰਿਪੀਟ ਕਰੋ। ਉਹੀ ਗੱਲ ਹੈ ਕਿ 10 ਵਰਡ ਆਪਾਂ ਨੂੰ ਬਹੁਤ ਘੱਟ ਲੱਗਦੇ ਆ, ਪਰ ਜਦੋਂ ਡੇਲੀ ਕਰਦੇ ਜਾਓਗੇ ਮਹੀਨੇ ਦੇ ਵਿੱਚ ਬਹੁਤ ਇਕੱਠੇ ਹੋ ਜਾਣਗੇ। ਐਂਡ 2 ਮਹੀਨਿਆਂ ਦੇ ਵਿੱਚ, 3 ਮਹੀਨਿਆਂ ਦੇ ਵਿੱਚ, 4 ਮਹੀਨਿਆਂ ਦੇ ਵਿੱਚ ਇੰਨਾ ਜ਼ਿਆਦਾ ਡਾਟਾ ਬਣ ਜੂ ਕਿ ਤੁਹਾਡੀ ਆਪਣਾ ਇੱਕ ਸਟੱਡੀ ਮਟੀਰੀਅਲ ਤੁਹਾਡੇ ਕੋਲੇ ਬਣਿਆ ਪਿਆ ਹੋਊਗਾ। ਐਂਡ ਉਹਨਾਂ ਦੀ ਰਿਵੀਜ਼ਨ ਕਿਸ ਤਰੀਕੇ ਦੇ ਨਾਲ ਹੋਊਗੀ, ਇੰਨਾ ਵਧੀਆ ਲੱਗੂਗਾ ਤੁਹਾਨੂੰ ਪੇਪਰ ਦੇ ਕੇ ਵੀ, ਰਾਈਟ। ਜਿਵੇਂ ਹੁਣ ਵਨ ਹੂ ਇਜ਼ ਨਾਟ ਸ਼ੋਰ ਅਬਾਊਟ ਗॉड्स ਐਗਜ਼ਿਸਟੈਂਸ, ਹੈ ਨਾ, ਵੀ ਪਰਮਾਤਮਾ ਨੂੰ ਨਹੀਂ ਮੰਨਦਾ, ਉਸ ਨੂੰ ਕੀ ਕਹਿੰਦੇ ਐਗਨੋਸਟਿਕ।
ਹੁਣ ਕਿੰਨਾ ਸੌਖਾ ਹੈਗਾ ਬੇਸਿਕਲੀ ਜਦੋਂ ਡੇਲੀ ਤੁਸੀਂ ਐਵੇਂ ਪੜੋਗੇ ਤਾਂ ਬਹੁਤ ਵਧੀਆ ਵਧੀਆ ਚੀਜ਼ਾਂ ਤੁਸੀਂ ਕਰ ਸਕਦੇ ਹੋ। ਸੇਮ ਇਸ ਤੋਂ ਬਾਅਦ ਆ ਗਿਆ ਤੁਹਾਡਾ ਸਿਗਨੀਫੀਕੈਂਸ ਆਫ ਦਾ ਡੇ। ਹੁਣ ਸਿਗਨੀਫੀਕੈਂਸ ਆਫ ਦਾ ਡੇ ਦਾ ਮਤਲਬ ਕੀ ਹੈ ਕਿ 13 ਫਰਵਰੀ ਵਾਲੇ ਦਿਨ ਕਿਹੜੀ ਇੰਪੋਰਟੈਂਟ ਚੀਜ਼ਾਂ ਹੋਈਆਂ ਸੀ। ਹੁਣ ਇਹਦੇ ਵਿੱਚ ਇੰਪੋਰਟੈਂਟ ਚੀਜ਼ਾਂ ਕਈ ਚੀਜ਼ਾਂ ਤਾਂ ਹੁੰਦੀਆਂ ਸਿਰਫ ਆਪਣੀ ਜਨਰਲ ਅਵੇਅਰਨੈਸ ਵਾਸਤੇ ਕਿ ਇੱਕ ਜਾਣਕਾਰੀ ਮਿਲ ਗਈ, ਇੱਥੋਂ ਕੁਐਸਚਨ ਤਾਂ ਕੋਈ ਨਹੀਂ ਬਣਦਾ। ਉਹ ਚੀਜ਼ਾਂ ਵੀ ਇੰਪੋਰਟੈਂਟ ਹੁੰਦੀਆਂ ਕਿਉਂਕਿ ਇਨਡਾਇਰੈਕਟ ਵੇ ਦੇ ਨਾਲ ਕੁਐਸਚਨ ਬਹੁਤ ਪੁੱਛੇ ਜਾਂਦੇ ਆ। ਹੁਣ 13 ਫਰਵਰੀ ਵਾਲੇ ਦਿਨ ਜਿਵੇਂ ਸਰੋਜਨੀ ਨਾਇਡੂ ਦੇਖੋ ਰਿਪੀਟ ਹੋ ਗਿਆ। ਇੱਕ ਤਾਂ ਇੰਪੋਰਟੈਂਟ ਡੇ ਆਪਾਂ ਪਹਿਲਾਂ ਪੜ੍ਹਿਆ ਸੀਗਾ ਜਿਹਦੇ ਵਿੱਚ ਸਰੋਜਨੀ ਨਾਇਡੂ ਦੀ ਆਪਾਂ ਪੂਰੀ ਡਿਟੇਲ ਪੜ੍ਹ ਲਈ। ਇੱਕ ਸਿਗਨੀਫੀਕੈਂਸ ਦੇ ਵਿੱਚ ਵੀ ਆਪਾਂ ਨੂੰ ਆ ਗਿਆ ਕਿ ਸਰੋਜਨੀ ਨਾਇਡੂ ਵਾਜ਼ ਬੋਰਨ ਔਨ 13 ਫਰਵਰੀ ਐਂਡ 1879 हैदराबाद ही कंपोज्ड द पोएम लेडी ऑफ द लेक एट द एज ऑफ 13। ਹੁਣ ਆ ਪੋਇਮ ਬਾਰੇ ਪੁੱਛਿਆ ਜਾ ਸਕਦਾ ਲੇਡੀ ਆਫ ਦ ਲੇਕ। ਹੁਣ ਮੈਂ ਪੁੱਛਣਾ ਦੇਖੋ ਕਿੰਨੇ ਜਾਣੇ ਕੁਐਸਚਨ ਗਲਤ ਕਰ ਦੇਣਗੇ ਰਾਈਟ। ਉਸ ਤੋਂ ਬਾਅਦ ਹੋਰ ਵੀ ਡਿਟੇਲਾਂ ਦਿੱਤੀਆਂ ਹੋਈਆਂ ਜਿਵੇਂ 1984 ਦੇ ਵਿੱਚ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਆ ਹਨਾ ਉਹਨਾਂ ਨੇ ਇਨੈਗੋਰੇਟ ਕੀਤਾ ਸੀਗਾ ਮੈਜ਼ਾਗਾਓ ਡੌਕ ਜਿਹੜਾ ਹੈਗਾ ਡੌਕ ਜਿਹੜਾ ਮੁੰਬਈ ਦੇ ਵਿੱਚ ਆ। ਹੁਣ ਮੈਜ਼ਾਗਾਓ ਡੌਕ ਆਪਾਂ ਕਿੰਨੇ ਵਾਰੀ ਪੜ੍ਹਦੇ ਹਾਂ ਨੇਵੀ ਦੇ ਵਿੱਚ ਰਾਈਟ। ਸੋ ਇਨੈਗੋਰੇਟ ਕਦੋਂ ਕੀਤਾ ਗਿਆ 1984 ਦੇ ਵਿੱਚ ਕਿਹਦੇ ਦੁਆਰਾ ਕੀਤਾ ਗਿਆ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਦੁਆਰਾ। ਹੋਰ ਬਹੁਤ ਸਾਰਾ ਕੁਛ ਯਾਨੀ ਸਿਗਨੀਫੀਕੈਂਸ ਆਫ ਦਾ ਡੇ ਦਾ ਮਤਲਬ ਕੀ ਆ ਕਿ ਉਸ ਦਿਨ ਦੀ ਮਹੱਤਤਾ ਕੀ ਆ। ਐਂਡ ਇਹਨਾਂ ਨੂੰ ਵੀ ਜੇਕਰ ਤੁਸੀਂ ਡੇਲੀ ਨੋਟ ਕਰੋਗੇ ਇਹਦੀ ਵੀ ਇੱਕ ਸਾਰਿਆਂ ਦੀਆਂ ਪਤਲੀਆਂ ਕਾਪੀਆਂ ਲਾਓ। ਕੋਈ ਬਹੁਤ ਹੀ ਜ਼ਿਆਦਾ ਮੋਟਾ ਰਜਿਸਟਰ ਲਿਆਉਣ ਦੀ ਲੋੜ ਨਹੀਂ। ਪਤਲੀਆਂ ਕਾਪੀਆਂ ਲਗਾਓ ਕਿ ਆਹ ਮੇਰੀ ਸਿਗਨੀਫੀਕੈਂਸ ਆਫ ਦਾ ਡੇ ਆ, ਆਹ ਮੇਰਾ ਮੈਪ ਆਫ ਦਾ ਡੇ ਆ, ਆਹ ਮੇਰਾ ਕਰੰਟ ਅਫੇਅਰ ਆ, ਆਹ ਮੇਰੇ ਇੰਪੋਰਟੈਂਟ ਡੇਜ਼ ਆ। ਜਦੋਂ ਤੁਸੀਂ ਇਸ ਤਰੀਕੇ ਦੇ ਨਾਲ 10-11 ਕਾਪੀਆਂ ਲਾ ਲਈਆਂ ਤੁਹਾਨੂੰ ਆਪਣੇ ਆਪ ਲੱਗੂਗਾ ਕਿ ਹਾਂ ਮੇਰੀ ਤਿਆਰੀ ਚੱਲਦੀ ਆ। ਟੇਬਲ ਚੇਅਰ ਤੇ ਬੈਠ ਕੇ ਪੜ੍ਹੋ, ਪ੍ਰੋਪਰ ਤਰੀਕੇ ਦੇ ਨਾਲ ਟਾਈਮ ਟੇਬਲ ਲਾਓ, ਆਪਣੇ ਆਪ ਦੇ ਨਾਲ ਟਾਈਮ ਤੁਸੀਂ ਆਪਣੇ ਆਪ YouTube ਛੱਡ ਦੋਗੇ। YouTube ਦਾ ਇੰਨਾ ਘੱਟ ਕਰ ਦਿਓ ਕਿ ਜਿਹੜੇ ਤੁਹਾਡੇ 2 ਫੇਵਰਟ ਟੀਚਰ ਹੈ ਬਸ ਸਿਰਫ ਉਹਨਾਂ ਦੇ ਲੈਕਚਰ ਲਗਾਓ। ਜਦੋਂ ਉਹਨਾਂ ਦੇ ਲੈਕਚਰ ਆਉਂਦੇ ਆ ਚਾਹੇ ਮੇਰੇ ਆ ਚਾਹੇ ਕਿਸੇ ਦੇ ਵੀ ਆ ਸਿਰਫ ਇੰਨਾ ਕੁ ਆਪਣੇ ਆਪ ਨੂੰ ਲਿਮਿਟ ਕਰੋ। ਲਿਮਿਟ ਕਰਕੇ ਫਿਰ ਉਸ ਤੇ ਵਾਰ-ਵਾਰ ਰੈਪੀਟੀਸ਼ਨ ਕਰੋ, ਆਪਣੇ ਆਪ ਨਾਲ ਟਾਈਮ ਬਿਤਾਓ। ਇਹੀ ਐਕੂਰੇਸੀ ਦੇ ਨਾਲ ਜੇਕਰ ਕਰੋਗੇ ਤਾਂ ਓਬਵੀਅਸ ਗੱਲ ਆ ਤੁਹਾਡਾ ਪੇਪਰ ਕਲੀਅਰ ਹੋ ਜਾਣਾ ਰਾਈਟ। ਇਸ ਤੋਂ ਬਾਅਦ ਸਿਗਨੀਫੀਕੈਂਸ ਆਫ ਦਾ ਡੇ ਤੋਂ ਬਾਅਦ ਆ ਗਿਆ ਮੈਪ ਆਫ ਦਾ ਡੇ। ਹੁਣ ਮੈਪ ਆਫ ਦਾ ਡੇ ਦੇ ਵਿੱਚ ਵੀ ਇੰਪੋਰਟੈਂਟ ਪੂਰੀ ਡਿਟੇਲ ਦਿੱਤੀ ਹੁੰਦੀ ਹੈ ਜਿਵੇਂ ਕਿ ਮੈਂ ਇਹ ਤਾਂ ਕ੍ਰੌਪ ਕੀਤੀ ਹੋਈ ਹੈ ਜਿਵੇਂ ਹਰੀਕੇ ਵੈਟਲੈਂਡ ਆ। ਹੁਣ ਹਰੀਕੇ ਵੈਟਲੈਂਡ ਤੋਂ ਕਿੰਨੇ ਕੁਐਸਚਨ ਬਣ ਸਕਦੇ ਆ ਉਹ ਸਾਰੀ ਡਿਟੇਲ ਇਹਦੇ ਵਿੱਚ ਦਿੱਤੀ ਹੋਈ ਆ। ਜਦੋਂ ਕੁਐਸਚਨ ਬਣ ਗਏ ਨਾ ਦੇਖੀ ਜਾਓ ਤੁਹਾਡੇ ਕੋਲੇ ਪਤਾ ਹੋਊਗਾ ਕਿ ਹਾਂ ਯਾਰ ਮੈਂ ਪੜ੍ਹਿਆ ਹੋਇਆ ਮੇਰੀ ਕਾਪੀ ਦੇ ਵਿੱਚ ਨੋਟ ਕੀਤਾ ਹੋਇਆ। ਨਾਲ ਦੀ ਨਾਲ ਤੁਸੀਂ ਜੇ ਮੰਨ ਲਓ ਤੁਹਾਨੂੰ ਇੱਕ ਅੱਧੀ ਚੀਜ਼ ਐਕਸਟਰਾ ਮਿਲਦੀ ਵੀ ਆ ਤਾਂ ਤੁਸੀਂ ਕਾਪੀ ਤੇ ਨਾਲ ਦੀ ਨਾਲ ਉਹਨੂੰ ਨੋਟ ਕਰ ਲਓ। ਜੇਕਰ ਤੁਸੀਂ ਕਿਸੇ ਦਾ ਮੌਕ ਟੈਸਟ ਲਗਾ ਰਹੇ ਹੋ, ਕੋਈ ਪੇਪਰ ਦੇ ਵਿੱਚ ਕੁਐਸਚਨ ਦੇਖਿਆ, ਕੋਈ ਮਾੜੀ ਮੋਟੀ ਐਕਸਟਰਾ ਚੀਜ਼ ਤੁਹਾਨੂੰ ਮਿਲਦੀ ਹੈ ਕਿ ਜਿਹੜੀ ਇਹਦੇ ਵਿੱਚ ਨਹੀਂ ਹੈਗੀ ਇੱਕ ਅੱਧੀ ਲਾਈਨ, ਉਹ ਤੁਸੀਂ ਨਾਲ ਨਾਲ ਨੋਟ ਕਰ ਲਓ। ਕਿੱਡਾ ਵਧੀਆ ਲੱਗੂਗਾ। ਯਾਨੀ ਤੁਹਾਡਾ ਮੈਪ ਆਫ ਦਾ ਡੇ ਹਰ ਰੋਜ਼ ਦੇਖੋ ਤੁਹਾਡੇ ਜਿਓਗ੍ਰਾਫਿਕ ਪੋਰਸ਼ਨ ਆ ਜਿਹੜਾ ਉਹ ਇੰਨਾ ਵਧੀਆ ਹੋ ਜਾਊਗਾ। ਇੰਨੇ ਚਾਹੇ ਵੈਟਲੈਂਡ ਆ, ਚਾਹੇ ਕੋਈ ਰਿਵਰ ਆ, ਚਾਹੇ ਕੋਈ ਆਈਲੈਂਡ ਆ, ਚਾਹੇ ਕੋਈ ਮੰਦਿਰ ਆ, ਚਾਹੇ ਕੋਈ ਆਰਕੀਟੈਕਟ ਆ, ਕੁਛ ਵੀ ਆ, ਬਹੁਤ ਸਾਰਾ ਕੁਛ ਮੈਪ ਆਫ ਦਾ ਡੇ ਤੋਂ ਵੀ ਕਵਰ ਹੋ ਜਾਊਗਾ ਰਾਈਟ। ਜਿਵੇਂ ਚਿਲਿਕਾ ਲੇਕ ਤੋਂ ਕੱਲ ਕਰਾਇਆ ਸੀਗਾ ਜਿਹੜਾ 11 ਫਰਵਰੀ ਨੂੰ ਆਇਆ ਸੀ ਚਿਲਿਕਾ ਲੇਕ ਤੋਂ ਰਾਈਟ। ਤਾਂ ਐਵੇਂ ਕਰਕੇ ਬਹੁਤ ਸਾਰੇ ਕੁਐਸਚਨ ਬਣਦੇ ਰਹਿਣਗੇ ਐਂਡ ਤੁਸੀਂ ਇਹਦੇ ਨਾਲ ਆਪਣਾ ਸਟੈਟਿਕ ਪੋਰਸ਼ਨ ਹੋ ਗਿਆ, GS ਦਾ ਪੋਰਸ਼ਨ ਹੋ ਗਿਆ, ਬਹੁਤ ਜ਼ਿਆਦਾ ਸਟਰੋਂਗ ਕਰ ਸਕਦੇ ਹੋ। ਯਾਨੀ ਮੈਪ ਆਫ ਦਾ ਡੇ ਤੁਸੀਂ ਇਹ ਕਰਨਾ ਹੀ ਕਰਨਾ ਡੇਲੀ ਨੋਟ। ਇਹਦੀ ਵੀ ਕਾਪੀ ਅੱਡ ਤੋਂ ਬਣਨੀ ਚਾਹੀਦੀ ਆ। ਇਸ ਤੋਂ ਬਾਅਦ ਆ ਗਿਆ ਡੇਲੀ ਸਟੈਟਿਕ ਜੀਕੇ। ਹੁਣ ਸਟੈਟਿਕ ਜੀਕੇ ਹੁੰਦੀ ਵਨ ਲਾਈਨਰ ਜਿਹੜੇ ਕਿ ਬਸ ਕੁਐਸਚਨ ਆ ਜਾਂਦੇ ਆ, ਪੜ੍ਹਿਆ ਹੋਵੇ ਤਾਂ ਆਪਾਂ ਆਨਸਰ ਲਾ ਦਿੰਦੇ, ਨਹੀਂ ਤਾਂ ਨਹੀਂ ਰਾਈਟ। ਉਹ ਚਾਹੇ ਸਟੈਟਿਕ ਜੀਕੇ ਬਿਲਕੁਲ ਐਸੀ ਹੋਵੇ ਕਿ ਜਿਹੜਾ ਆਪਾਂ ਚਾਹੇ ਨੈਸ਼ਨਲ ਪਾਰਕ ਤੋਂ ਹੋਵੇ, ਚਾਹੇ ਕਿਸੇ ਹਿਸਟਰੀ ਦੇ ਪੁਆਇੰਟ ਆਫ ਵਿਊ ਤੋਂ ਹੋਵੇ, ਚਾਹੇ ਕਿਸੇ ਪੋਲਿਟੀ ਦੇ ਪੁਆਇੰਟ ਆਫ ਵਿਊ ਤੋਂ ਹੋਵੇ, ਚਾਹੇ ਉਹ ਸਾਇੰਸ ਦੇ ਪੁਆਇੰਟ ਆਫ ਵਿਊ ਤੋਂ ਹੋਵੇ, ਕਿਸੇ ਵੀ ਪੁਆਇੰਟ ਆਫ ਵਿਊ ਤੋਂ ਸਟੈਟਿਕ ਜੀਕੇ ਦਾ ਮਤਲਬ ਵਨ ਲਾਈਨਰ ਪੜ੍ਹਿਆ ਹੋਇਆ ਤਾਂ ਆਨਸਰ ਲਾ ਦੋਗੇ। ਜਿਵੇਂ ਮੰਨ ਲਓ ਇਹਦੇ ਵਿੱਚ ਕੁਐਸਚਨ ਆ ਕਿ ਗੋਲ ਗੁੰਬਜ ਕਿੱਥੇ ਹੈ ਭਾਈ, ਬੀਜਾਪੁਰ ਹੈ ਹਨਾ। ਹੂ ਵਾਜ਼ ਦਾ ਫਸਟ ਮੁਗਲ ਅੰਪਾਇਰ, ਬਾਬਰ ਹੋ ਗਿਆ, ਤਾਂ ਚਲੋ ਹਿਸਟਰੀ ਦੇ ਪੁਆਇੰਟ ਆਫ ਵਿਊ ਤੋਂ ਆ ਗਿਆ। ਇਸੇ ਤਰੀਕੇ ਦੇ ਨਾਲ ਇਹ ਹਰ ਰੋਜ਼ ਅਲੱਗ-ਅਲੱਗ ਪੁਆਇੰਟ ਆਫ ਵਿਊ ਤੋਂ ਬਣਦੇ ਆ। ਤਾਂ ਸਟੈਟਿਕ ਜੀਕੇ ਵੀ ਤੁਸੀਂ ਡੇਲੀ ਨੋਟ ਕਰਨੀ ਹੈ, ਇਹਦੀ ਵੀ ਕਾਪੀ ਅੱਡ ਬਣਨੀ ਚਾਹੀਦੀ ਆ। ਹਰ ਰੋਜ਼ 10-10 ਕੁਐਸਚਨ ਕਰਕੇ ਕਰੋਗੇ ਤਾਂ ਮਹੀਨੇ ਦੇ 300 ਬਣਦੇ ਆ ਐਂਡ 2 ਮਹੀਨੇ ਕਰੋਗੇ 600 ਬਣਦੇ ਆ, 3 ਮਹੀਨੇ ਕਰੋਗੇ 900 ਬਣਦੇ ਆ। ਐਵੇਂ ਕਰਕੇ ਕਿੰਨੇ ਵਧੀਆ ਕੁਐਸਚਨ ਤੇ ਤੁਹਾਡੇ ਇਹ ਯਾਦ ਹੋ ਸਕਦੇ ਆ। ਯਾਨੀ ਤੁਸੀਂ ਇਹਨਾਂ ਨੂੰ ਵੀ ਸਾਰਿਆਂ ਨੂੰ ਅਲੱਗ ਤੋਂ ਇੱਕ ਪਤਲੀ ਜਿਹੀ ਕਾਪੀ ਕਰਕੇ ਨੋਟ ਕਰਨੇ ਆ। ਫਿਰ ਆ ਗਿਆ ਪਰਸਨ ਆਫ ਦਾ ਡੇ। ਹੁਣ ਪਰਸਨ ਆਫ ਦਾ ਡੇ ਦੇ ਵਿੱਚ ਇੰਪੋਰਟੈਂਟ ਕੀ ਹੁੰਦਾ, ਜਿਵੇਂ ਹੁਣ ਮੰਨ ਲਓ ਇੱਥੇ ਆ ਗਿਆ ਰੋਬਿਨ ਸ਼ਰਮਾ। ਹੁਣ ਤੁਹਾਨੂੰ ਰੋਬਿਨ ਸ਼ਰਮਾ ਬਾਰੇ ਪਤਾ ਨਹੀਂ ਪਤਾ ਨਾ, ਤਾਂ ਕਈ ਵਾਰੀ ਕੀ ਹੁੰਦਾ ਕੁਐਸਚਨ ਹੀ ਐਸਾ ਬਣ ਕੇ ਆ ਜਾਂਦਾ ਉਹਦੇ ਵਿੱਚ ਤੁਹਾਨੂੰ ਸਟੈਟਿਕ ਜੀਕੇ ਪੁਆਇੰਟ ਆਫ ਵਿਊ ਤੋਂ ਇਹ ਸਾਰਾ ਕੁਝ ਮਿਲ ਸਕਦਾ। ਪਰਸਨ ਆਫ ਦਾ ਡੇ ਜਿਵੇਂ ਰੋਬਿਨ ਸ਼ਰਮਾ ਬਾਰੇ ਲਿਖਿਆ ਹੋਇਆ ਕਿ ਐਕਸਪਰਟ ਐਂਡ ਲੀਡਰਸ਼ਿਪ ਸਟਾਈਲ, ਯਾਨੀ ਇਹਨਾਂ ਦੀ ਡਿਟੇਲ ਬਾਰੇ ਲਿਖਿਆ ਹੋਇਆ। ਜੇਕਰ ਤੁਸੀਂ ਪਰਸਨ ਆਫ ਦਾ ਡੇ ਪੜ੍ਹੋਗੇ ਇਹਦੇ ਵਿੱਚ ਜੋ ਤੁਹਾਨੂੰ ਇੰਪੋਰਟੈਂਟ ਲੱਗਦਾ ਕਿ ਹਾਂ ਯਾਰ ਇੱਥੋਂ ਕੁਐਸਚਨ, ਮੰਨ ਲਓ ਕਿਸੇ ਰੋਬਿਨ ਸ਼ਰਮਾ ਦੀ ਕੋਈ ਬੁੱਕ ਦਾ ਨਾਮ ਆ ਗਿਆ, ਮੰਨ ਲਓ ਕੋਈ ਇਹਨਾਂ ਦੀ ਕੋਈ ਫਾਊਂਡੇਸ਼ਨ ਦਾ ਨਾਮ ਆ ਗਿਆ ਕਿ ਇਹਨਾਂ ਨੇ ਕੋਈ ਚੀਜ਼ ਐਸਟੈਬਲਿਸ਼ ਕੀਤੀ ਹੋਈ ਆ, ਤਾਂ ਬੇਸਿਕਲੀ ਤੁਸੀਂ ਪਰਸਨ ਆਫ ਦਾ ਡੇ ਵੀ ਆਪਣਾ ਇੱਕ ਅਲੱਗ ਤੋਂ ਯਾਨੀ ਜਿਹੜੇ ਹੈਗੇ ਨੋਟਸ ਬਣਾ ਕੇ ਉੱਥੇ ਹਰ ਰੋਜ਼ ਤੁਸੀਂ ਆਪ ਸੋਚੋ ਵੀ ਜੇਕਰ 30 ਦਿਨ ਆ, 30 ਦੇ ਵਿੱਚ ਆਪਾਂ 4 ਐਤਵਾਰ ਕੱਢ ਦਈਏ ਤਾਂ ਤੁਸੀਂ 26 ਦਿਨ ਆਏ ਲਾ ਲਓ ਜਾਂ 25 ਦਿਨ ਲਾ ਲਓ, ਚਲੋ ਰਾਈਟ। 25 ਦਿਨ 25% ਹੈ। 25 ਦਿਨ 25% ਦਾ ਮਤਲਬ 25% ਦੀਆਂ ਕੋਈ ਨਾ ਕੋਈ ਗੱਲਾਂ ਬਾਤਾਂ ਹੋਣਗੀਆਂ। ਕਿੰਨੇ ਜ਼ਿਆਦਾ ਕੁਐਸਚਨ ਬਣਦੇ ਆ ਰਾਈਟ। 25% ਬਾਰੇ ਡਿਟੇਲ ਜਾਣਨੀ ਇਹ ਤੁਹਾਡੀ ਨੌਲੇਜ ਨੂੰ ਆਪਣੇ ਆਪ ਵਧਾਊਗਾ, ਆਪਣੇ ਆਪ ਇਨਹੈਂਸ ਕਰੂਗਾ।
ਆਪਣੇ ਆਪ ਤੁਸੀਂ ਅੱਗੇ ਵਧੋਗੇ, ਇੰਨੀ ਨੌਲੇਜ ਤੁਹਾਨੂੰ ਹੋ ਜਾਣੀ ਹੈ ਕਿ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਬੈਠੋਗੇ ਜਾ ਕੇ ਕਰੈਕ ਕਰ ਸਕਦੇ ਹੋ, ਗਰੰਟੀ ਹੈ। ਤਾਂ ਪਰਸਨ ਆਫ ਦਾ ਡੇ ਇਹ ਤੁਹਾਨੂੰ ਮੈਂ ਦਿਖਾ ਰਿਹਾ ਕਿ ਡੇਲੀ ਇੰਨਾ ਕੁਝ ਮਿਲਦਾ ਭਾਈ, ਜਿਨ੍ਹਾਂ ਨੇ ਹਜੇ ਵੀ ਨਹੀਂ ਪੜ੍ਹਨਾ ਸਟਾਰਟ ਕੀਤਾ ਪੜ੍ਹ ਸਕਦੇ ਹੋ। ਇਸ ਤੋਂ ਬਾਅਦ ਆ ਗਏ ਡੇਲੀ ਜਰਨਲ ਸਟੱਡੀ। ਹੁਣ ਇਹਦੇ ਵਿੱਚ ਪੋਲਿਟੀ ਦੇ ਕੁਐਸਚਨ ਹੁੰਦੇ ਆ 10, ਜਾਂ ਹਿਸਟਰੀ ਦੇ ਕੁਐਸਚਨ ਹੁੰਦੇ ਆ, ਜਾਂ ਇਕਨੋਮਿਕਸ ਦੇ ਕੁਐਸਚਨ ਹੁੰਦੇ ਆ, ਜਾਂ ਫਿਜ਼ਿਕਸ ਦੇ ਕੁਐਸਚਨ ਹੁੰਦੇ ਆ, ਜਾਂ ਬਾਇਓ ਦੇ ਕੁਐਸਚਨ ਹੁੰਦੇ ਆ, ਜਾਂ ਕੈਮਿਸਟਰੀ ਦੇ ਕੁਐਸਚਨ ਹੁੰਦੇ ਆ, ਜਾਂ এনवायरमेंट ਦੇ ਕੁਐਸਚਨ ਹੁੰਦੇ ਆ, ਕਿਸੇ ਦੇ ਵੀ ਕੁਐਸਚਨ ਹੋ ਸਕਦੇ ਆ। ਜਿਵੇਂ ਅੱਜ ਜਿਹੜੇ ਹੈਗੇ ਉਹ ਕੈਮਿਸਟਰੀ ਦੇ ਕੁਐਸਚਨ ਆ, ਐਂਡ ਕੈਮਿਸਟਰੀ ਦੇ ਉਹੀ ਕੁਐਸਚਨ ਆ ਜਿਹੜੇ ਤੁਹਾਨੂੰ ਜਨਰਲ ਸਾਇੰਸ ਦੇ ਤੌਰ ਤੇ ਕਿਸੇ ਵੀ ਪੇਪਰ ਦੇ ਵਿੱਚ ਵਨ ਲਾਈਨਰ ਕੁਐਸਚਨ ਆ ਜਾਂਦੇ ਆ, ਰਾਈਟ। ਜਿਵੇਂ ਕੁਐਸਚਨ ਮੰਨ ਲਓ ਪਹਿਲਾਂ ਹੀ ਆ ਕਿ ਵਿਚ ਕੈਮੀਕਲ ਸਬਸਟੈਂਸ ਇਜ਼ ਯੂਜ਼ਡ ਫॉर द ਮੇਕਿੰਗ ਰੈਟ ਪੋਇਜ਼ਨ, है ना। रैट पॉइजन किहड़ा इन्हां दे विच हुण तुहानूं पता नहीं पता तो इहो जिहे क्वेश्चन तुहानूं पेपरां दे विच आउंदे आ, 100% आउंदे आ। द एलीमेंट विच यूज्ड फॉर वल्केनाइजिंग रबर, राइट। सो की आंसर आऊगा, तो जे नहीं पता तो भाई इन्हां चीज़ां नूं हर रोज़ नोट करो, प्रॉपर तरीके दे नाल जदों नोट करोगे अपने आप तुहाडे चीज़ां इकट्ठियां हुंदियां जाणगीआं। इहदे विच कैमिस्ट्री एक हुण इहदा किवें करना है, डेली जनरल स्टडी है, कापी लगाओ एक पासे, जो कैमिस्ट्री के आते सारे कैमिस्ट्री के क्वेश्चन नोट करो, जो पॉलिटी आती सारे पॉलिटी के करो, जो इकनॉमिक्स आते सारे इकनॉमिक्स के करो, जो फिजिक्स के आते फिजिक्स के करो, जो एनवायरमेंट के आते एनवायरमेंट के करो, अलग अलग चीज़ तरीके नाल। तो कैमिस्ट्री के घट्टो घट्ट तुहाडे कोल जो 500-600 क्वेश्चन आ गया, किवें ना होवे कोई पेपर दे विच तुहाडे ना आवे, राइट। पेपर दे विच आ ही जाना। पॉलिटी है, पॉलिटी के क्वेश्चन नोट करो, बहुत सोहणे सोहणे क्वेश्चन जनरल स्टडी जिहड़े करदे आ डेली, उन्होंने पता लगता कि हाँ कितनी ज़्यादा प्रोग्रैस हो रही है। तो जनरल स्टडी भी तुसीं डेली इस तरीके दे नाल नोट करनी है। तां ही कहना कि टाइम तुहानूं अपने आप पता लगूगा कि हाँ 6-7 घंटे तो मेरे इत्थे बीतदे, फिर उन्होंने रिवीजन करोगे, जो बार बार पढ़ोगे अपने आप नाल टाइम बिताओगे, अपने आप पेपर क्रैक तुहाडे होण लग जाने। फिर रीजनिंग आ गया, रीजनिंग में सॉल्व करो, इनू अलग तो कापी लाने की लड़ ही नहीं हैगी, रीजनिंग सॉल्व होगी, ठीक है। जी मान लो कोई नंबर सीरीज है, कोई सिटिंग अरेंजमेंट है, कोई क्वेश्चन फस गया, राइट, उन्होंने नोट कर लो, जोड़ा क्वेश्चन फसदा बस उन्होंने नोट कर लो, गल खत्म है। रीजनिंग क्विज ऑफ द डे हो गया, राइट है। इस तरीके फिर मैथ हो गया, मैथ के हर रोज़ क्वेश्चन आते हैं, चैप्टर वाइज भी आते हैं, मिसलेनियस भी आते हैं, चाहे प्रॉफिट एंड लॉस है, परसेंटेज है, टाइम एंड वर्क है ना, तो अलजैबरा हो गया, सिंपलीफिकेशन हो गया, नंबर सिस्टम हो गया, कोई भी है, मिसलेनियस भी आते हैं, मिक्स होकर भी आते हैं। तो तुम ये क्वेश्चन कर सकते हो। जिवें पहला क्वेश्चन है कि फाइंड द सम ऑफ ऑल नंबरस बिटवीन जिहड़ा है 324 एंड 924 वेयर आर डिविजिबल बाय, विच इज डिविजिबल बाय 4 एज वेल एज 9, है ना। 4 ते 9 तो दोनों डिविजिबल होंगे, 324 तो 924 उन्होंने सम करो। क्वेश्चन सौखा गा, यानी कहने का मतलब कढ़ सकते हो। एवं टाइम एंड वर्क तो क्वेश्चन है कि ए कला जो है वो पीस ऑफ वर्क 168 डेज, ए तो बी कट्ठे कर दिया तो 72 दिनों के, यानी इस तरीके के क्वेश्चन जो सॉल्व करोगे तो डेली तो हर चैप्टर हर क्वेश्चन है जोड़ा वो तुहानूं सॉल्व होंदा दिखूगा। एंड जदों तुसीं कोई भी क्वेश्चन औखा लगता है, कोई भी क्वेश्चन तुहानूं डिफिकल्ट लगता, चाहे मैनूं पुछ लो, मैं कोशिश करूँगा कि इन्हां दे वीडियो लेक्चर भी प्रोवाइड करवाउण लग जा मैं यूट्यूब ते, राइट। नहीं तुसीं अपने आप सॉल्व करो, तो उस तो बाद कोई क्वेश्चन तुहानूं प्रॉब्लम आउंदी है तो तुसीं जां तां WhatsApp ते मैसेज कर दो, जां फिर तुसीं आसे पासे सॉल्व करो, जां फिर मैनूं पुछ लो, सीधी जी गल है। तो उन्होंने नोट करो, गल खत्म है। इस तो बाद क्वांट ऑफ द डे तो बाद बैंकिंग अवेयरनेस आ गया। हुण जेकर तुसीं बैंक पेपरां की तैयारी करते हो जां इकनॉमिक्स पढ़ना चाहुंदे हो, क्योंकि इकनॉमिक जिहड़ा हुंदा है, इकनॉमिक्स आउंदी जिहड़ी करंट अफेयर बेस्ड आउंदी है, एंड इकनॉमिक्स जिहड़ी करंट अफेयर बेस्ड आउंदी है बैंकिंग एंड फाइनैंशियल अवेयरनेस तो ज़्यादा आउंदी है। जिवें बैंकिंग एंड फाइनैंशियल अवेयरनेस तो जिवें पहला क्वेश्चन है कि आफ्टर एन अकाउंट हैज़ नो एक्टिविटी फॉर स्पैसिफिक पीरियड ऑफ टाइम, यानी कि अकाउंट जेकर काफ़ी टाइम तो वर्क नहीं कर रहा, स्पैसिफिक कुछ है ना एक्टिविटी नहीं दिखा रहा, तो स्टेट लॉ कंसीडर टू बी उन्होंने आप किहड़ा अकाउंट कहने, डीमैट अकाउंट कहने, नॉमिनल अकाउंट कहने, डिपॉजिट अकाउंट कहने, डोरमैट अकाउंट कहने। आई डोंट नो जो तुहानूं इंग्लिश वकैब भी आउंदी होवे तां भी तुसीं इहदा आराम नाल आंसर लगा सकते हो, राइट। यानी कहने का मतलब इहदे नाल भी तुहाडा एक जिहड़ा हैगा प्रोग्रैस जीके दे विच हुंदी रहूगी, राइट। हुण जीके हो गया, मैथ हो गया, रीजनिंग हो गया, इंग्लिश हो गया, सारा कुछ तो हो गया। जेकर तुसीं डेली करोगे इन्ना स्टडी मटीरियल कोई दे दूगा तुहानूं, एंड डेली बेसिस पे हर रोज़ निक्की निक्की चीज़ें करोगे, ये भी एक अलग कापी लगाओ, हर रोज़ जो नोट करोगे, एंड अपना मैगजीन करोगे, मैगजीन फॉलो कर लो अपने वाला, चाहे किसी भी अकैडमी का फॉलो करो, ठीक है। बाकी फिर एप्लीकेशन के बहुत सारे कोर्स है, जेकर कोर्सों के पढ़ना चाहते हो कोर्सों के पढ़ो, पर जेकर फ्री स्टडी मटीरियल यानी इकट्ठा करना चाहते हो, या फ्री अपने आप पढ़ना चाहते हो, तो इस तो वधिया तुहानूं नहीं मिल सकता, ये मेरी गारंटी है। टैलीग्राम ग्रुप है जो तुसीं ज्वाइन कर लो, इस तरीके दे नाल देखो डेली तुहानूं मिलदा गा, जिवें आह बैंकिंग एंड फाइनैंशियल अवेयरनेस हो गया, राइट। इस तो पहला तुसीं देखोगे तो करंट अफेयर हो गया, सिग्नीफिकेंस ऑफ द डे हो गया, राइट। इंग्लिश वकैब होगी, इस तरीके दे नाल हर रोज़ आउंदा गा, राइट। तुसीं इहनूं डाउनलोड कर सकते हो। फिर पर्सन ऑफ द डे आ गया, राइट। फिर मैप ऑफ द डे आ गया, हरी के बैटलैंड बारे है, राइट। फिर स्टैटिक जीके आ गया, तुहाडा आह जिहड़ी PSSB दी अपनी टैस्ट सीरीज़ आ, ये कोर्स है बेसिकली 45 मॉक टैस्ट पैणगे,
ਰਾਈਟ। ਤੁਸੀਂ ਇਹ ਜੁਆਇਨ ਕਰ ਸਕਦੇ ਹੋ, ਡੇਲੀ ਕਰੰਟ ਅਫੇਅਰ ਵਗੈਰਾ ਇੱਥੇ ਵੀ ਮਿਲਦੇ ਆ, ਰਾਈਟ। ਐਂਡ ਕੁਆਂਟ ਹੋ ਗਿਆ, ਕੁਆਂਟ ਆਫ ਦਾ ਡੇ ਹੋ ਗਿਆ, ਰੀਜ਼ਨਿੰਗ ਆਫ ਦਾ ਡੇ ਹੋ ਗਿਆ, ਇਹ ਸਾਰਾ ਕੁਛ ਆ। ਤੇ ਬਾਕੀ ਮੈਂ ਦੱਸਿਆ ਸੀਗਾ ਕਿ ਮੇਰੇ ਘਰ ਦੇ ਵਿੱਚ ਇੱਕ ਟ੍ਰੈਜਡੀ, ਮੇਰੀ ਨਾਨੀ ਜੀ ਗੁਜ਼ਰ ਗਏ ਸੀਗੇ, ਇਸ ਕਰਕੇ ਲੈਕਚਰ ਪਿਛਲੇ ਹਫਤੇ ਤੋਂ ਕਾਫੀ ਜਿਹੜੇ ਸੀਗੇ ਉਹ ਪੈਂਡਿੰਗ ਹੈ। ਤੇ ਹੁਣ ਆਪਾਂ ਕੱਲ ਤੋਂ ਰੈਗੂਲਰ ਰਹਾਂਗੇ, ਕੱਲ ਤੋਂ ਲਾਈਵ ਕਲਾਸ ਹੋਗੀ ਜਾਂ ਫਿਰ ਰਿਕਾਰਡਡ ਕਲਾਸਿਸ ਹੋ ਗਈਆਂ, ਕੱਲ ਤੋਂ ਤੁਹਾਨੂੰ ਮਿਲਣ ਲੱਗ ਜਾਣਗੀਆਂ। ਪੇਡ ਕੋਰਸਿਸ ਦੇ ਵਿੱਚ ਵੀ ਹਿਸਟਰੀ ਆ ਜਾਂ ਮੈਥ ਦੇ ਕਾਫੀ ਜਿਹੜੇ ਹੈਗੇ ਆ 4-5 ਚੈਪਟਰ ਹੈ, ਉਹਨਾਂ ਨੂੰ ਆਪਾਂ ਕੱਲ ਤੋਂ ਕੰਟੀਨਿਊ ਕਰਨ ਲੱਗਾਂਗੇ। ਬਾਕੀ ਫ੍ਰੀ ਪੜ੍ਹਨਾ ਚਾਹੁੰਦੇ ਤਾਂ ਟੈਲੀਗ੍ਰਾਮ ਗਰੁੱਪ ਜੁਆਇਨ ਕਰੋ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਇਸੇ ਤਰੀਕੇ ਨਾਲ ਮਿਲਦੇ ਰਹਾਂਗੇ। ਫਿਰ ਵੀ ਕੋਈ ਕੁਐਰੀ ਹੈ ਤੁਹਾਨੂੰ, ਕੋਈ ਵੀ ਕੁਐਰੀ ਹੈ ਤਾਂ ਤੁਸੀਂ ਮੈਨੂੰ ਕਾਲ ਵਗੈਰਾ ਕਰ ਸਕਦੇ ਹੋ, ਰਾਈਟ। ਸੁਬਾਹ ਕਾਲ ਕਰ ਸਕਦੇ ਹੋ 7986906566, ਰਾਈਟ। 7986906566, ਕਦੇ ਵੀ ਤੁਸੀਂ ਕਾਲ ਮੈਸੇਜ ਵਗੈਰਾ ਕਰ ਸਕਦੇ ਹੋ, ਰਾਈਟ। ਬਾਕੀ ਸਟੱਡੀ ਮਟੀਰੀਅਲ ਬਹੁਤ ਸਾਰੇ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਏ, ਐਪਲੀਕੇਸ਼ਨ ਇੰਸਟਾਲ ਕਰੋ। ਥੈਂਕ ਯੂ ਸੋ ਮਚ, ਬਾਏ ਬਾਏ, ਟੇਕ ਕੇਅਰ। ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਇਸੇ ਤਰੀਕੇ ਨਾਲ ਮਿਲਦੇ ਰਹਾਂਗੇ। ਬਾਏ ਬਾਏ, ਟੇਕ ਕੇਅਰ। ਬਾਬਾ ਨਾਨਕ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ, ਪੜ੍ਹਦੇ ਰਹੋ। ਥੈਂਕ ਯੂ ਸੋ ਮਚ।